ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੁੜ ਜਿੱਤੇ ਪ੍ਰਾਈਵੇਟ ਥਰਮਲ ਪਾਵਰਕੌਮ ਤੇ 550 ਕਰੋੜ ਦਾ ਨਵਾਂ ਝਟਕਾ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਚਰਨਜੀਤ ਜੀ, ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਜਿਹੜਾ ਹੈਗਾ ਬਿਜਲੀ ਸਮਝੌਤਿਆਂ ਦਾ ਮੁੱਦਾ ਸਿਖਰ ਤੇ ਚੱਲ ਰਿਹਾ ਤੇ ਵਿਰੋਧੀ ਧਿਰਾਂ ਵੀ ਮਹਿੰਗੀ ਬਿਜਲੀ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਨੇ। ਇਸੇ ਦੌਰਾਨ ਬਿਜਲੀ ਦੇ ਕੇਂਦਰੀ ਟ੍ਰਿਬਿਊਨਲ ਨੇ ਪਾਵਰਕੌਮ ਨੂੰ ਇੱਕ ਨਵਾਂ ਝਟਕਾ ਦਿੱਤਾ ਹੈ, ਜਿਸ ਨਾਲ ਖਪਤਕਾਰਾਂ ਤੇ 550 ਕਰੋੜ ਦਾ ਨਵਾਂ ਜਿਹੜਾ ਬੋਝ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਕਿ ਇਹ ਬਿਜਲੀ ਟ੍ਰਿਬਿਊਨਲ ਦਾ ਜਿਹੜਾ ਨਵਾਂ ਫੈਸਲਾ ਕੀ ਹੈ ਤੇ ਇਸ 'ਤੇ ਕਿਸ ਤਰ੍ਹਾਂ ਦੇ ਜਿਹੜਾ ਅਸਰ ਪੈ ਸਕਦਾ ਹੈ। ਇਸ ਬਾਰੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰੋ। ਦੇਖੋ, ਪੰਜਾਬੀ ਦੀ ਇੱਕ ਕਹਾਵਤ ਹੈ ਕਿ ਕਰੇ ਕੋਈ ਭਰੇ ਕੋਈ, ਜਾਂ ਇਸ ਨੂੰ ਇਸ ਤਰੀਕੇ ਨਾਲ ਵੀ ਕਿਹਾ ਜਾਂਦਾ ਹੈ ਕਿ ਕਰੇ ਮਾਈ ਭਰੇ ਜਾਈ। ਸੋ ਕੁਝ ਇਸ ਤਰ੍ਹਾਂ ਦਾ ਹੀ ਪੰਜਾਬ ਨਾਲ ਵਾਪਰਿਆ ਹੈਗਾ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ 'ਤੇ ਨਿੱਤ ਨਵੇਂ ਬੋਝ ਪੈ ਰਹੇ ਨੇ, ਚਾਹੇ ਕੋਈ ਹੋਰ ਟੈਕਸਾਂ ਦੇ ਹੈ ਅਤੇ ਚਾਹੇ ਉਹ ਬਿਜਲੀ ਦੇ ਨੇ ਜੀ। ਤਾਂ ਬਿਜਲੀ ਸਮਝੌਤਿਆਂ ਦੇ ਤਾਲਕ ਜਦੋਂ ਨਾ ਰੱਖਦੀ ਗੱਲ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਇਹ ਫੈਸਲੇ ਤਾਂ ਤਤਕਾਲੀ ਜਿਹੜੀਆਂ ਹਕੂਮਤਾਂ ਉਹਨਾਂ ਨੇ ਕੀਤੇ, ਜੀ, ਪਰ ਖਮਿਆਜ਼ਾ ਜਿਹੜਾ ਉਹ ਇਸ ਵੇਲੇ ਸਮੁੱਚੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਕੇਂਦਰੀ ਟ੍ਰਿਬਿਊਨਲ ਦੇ ਤਾਜ਼ਾ ਫੈਸਲੇ ਦੀ ਗੱਲ ਕੀਤੀ ਹੈ, ਜੀ, ਤਾਂ ਸੱਚਮੁੱਚ ਇਹ ਇੱਕ ਵੱਡਾ ਝਟਕਾ ਹੈ, ਔਰ ਇਹ ਝਟਕਾ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਪੰਜਾਬੀਆਂ ਨੂੰ ਤਾਂ ਉਸ ਟਾਈਮ ਹੀ ਜਿਹੜੇ ਝਟਕੇ ਲੱਗਣੇ ਸ਼ੁਰੂ ਹੋ ਗਏ ਸੀ ਕਿ ਜਦੋਂ ਗੱਠਜੋੜ ਸਰਕਾਰ ਨੇ ਪ੍ਰਾਈਵੇਟ ਥਰਮਲ ਲਾਉਣ ਦੇ ਲਈ ਪ੍ਰਾਈਵੇਟ ਕੰਪਨੀਆਂ ਨਾਲ MOU ਸਾਈਨ ਕਰ ਲਏ ਸੀ। ਜੀ, ਇਹ ਪਹਿਲਾ ਝਟਕਾ ਨਹੀਂ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੀ ਇੱਕ ਫੈਸਲਾ ਆਇਆ ਸੀ ਪਿੱਛੇ, ਜੇ ਤੁਹਾਡੇ ਚੇਤੇ ਹੋਏਗਾ, ਜੀ, ਜਿਹਦੇ ਵਿੱਚ ਉਹਨਾਂ ਨੇ ਪਾਵਰਕੌਮ ਨੂੰ ਹੁਕਮ ਜਾਰੀ ਕੀਤੇ ਸੀ ਕਿ ਤੁਸੀਂ ਪ੍ਰਾਈਵੇਟ ਥਰਮਲਾਂ ਨੂੰ ਜਿਹੜੀ ਕੋਲ ਵਾਸ਼ਿੰਗ ਔਰ ਕੋਲੇ ਦੀ ਕੁਆਲਿਟੀ ਨਾਲ ਤਾਲੁਕ ਰੱਖਦੇ ਕੁਝ ਇਸ਼ੂਆਂ ਨੂੰ ਲੈ ਕੇ ਤਕਰੀਬਨ 3400 ਕਰੋੜ ਰੁਪਏ ਤਾਰਨ ਦੀ ਗੱਲ ਆਖੀ ਗਈ ਸੀ। ਜੀ, ਤਾਂ ਆਪਾਂ ਇਹ ਸੋਚ ਲਈਏ ਕਿ ਬੋਝ ਹੈ ਜਿਹੜਾ ਪੰਜਾਬ ਸਰਕਾਰ 'ਤੇ ਪਿਆ ਜਾਂ ਪਾਵਰਕੌਮ 'ਤੇ ਪਿਆ, ਇਹ ਬਿਲਕੁਲ ਨਹੀਂ। ਉਹ ਸਾਰਾ ਬੋਝ ਅਲਟੀਮੇਟਲੀ ਖਪਤਕਾਰਾਂ 'ਤੇ ਪਿਆ, ਕੰਜ਼ਿਊਮਰ 'ਤੇ ਪਿਆ ਹੈਗਾ। ਸੋ ਜਿਹੜਾ ਤਾਜ਼ਾ ਹੁਣ ਆਪਾਂ ਬੋਝ ਦੀ ਗੱਲ ਕਰਦੇ ਹਾਂ 550 ਕਰੋੜ ਰੁਪਏ ਦੀ, ਤਾਂ ਇਹ ਵੀ ਅਲਟੀਮੇਟਲੀ ਖਪਤਕਾਰਾਂ 'ਤੇ ਹੀ ਪਏਗਾ। ਤਾਂ ਪ੍ਰਾਈਵੇਟ ਥਰਮਲ ਲਾਉਣ ਦੇ ਲਈ ਜਿਹੜੇ ਬਿਜਲੀ ਸਮਝੌਤੇ ਹੋਏ ਸਨ, ਉਹਨਾਂ ਨੇ ਜਿੱਥੇ ਹੋਰ ਬਹੁਤ ਸਾਰੇ ਤਰ੍ਹਾਂ ਦੇ ਅਲੱਗ-ਅਲੱਗ ਮਦਾਂ ਦੇ ਰੂਪ ਦੇ ਵਿੱਚ ਭਾਰ ਪਾਏ ਨੇ ਲੋਕਾਂ ਦੇ, ਤਾਂ ਇਕੱਲੇ ਕੋਲੇ ਨੂੰ ਲੈ ਕੇ ਹੀ ਤਕਰੀਬਨ 5500 ਕਰੋੜ ਰੁਪਏ ਦਾ ਬੋਝ ਹੈ ਹੁਣ ਤੱਕ ਪੰਜਾਬ ਦੇ ਲੋਕਾਂ 'ਤੇ ਪੈ ਚੁੱਕੇ ਹੈ। ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਿਜਲੀ ਨਾਲ ਕੇਂਦਰੀ ਜਿਹੜਾ ਅਪੀਲੀ ਟ੍ਰਿਬਿਊਨਲ ਹੈ, ਉਹਨੇ 19 ਜੁਲਾਈ ਨੂੰ ਇੱਕ ਨਵਾਂ ਫੈਸਲਾ ਸੁਣਾਇਆ ਹੈਗਾ, ਜਿਹਦੇ ਬਾਰੇ ਪਾਵਰਕੌਮ ਨੇ ਪੂਰੀ ਤਰ੍ਹਾਂ ਇਸ ਨੂੰ ਗੁਪਤ ਰੱਖਿਆ ਹੋਇਆ ਸੀਗਾ। ਤਾਂ ਉਹਦੇ ਵਿੱਚ ਇਹ ਕਿਹਾ ਗਿਆ ਹੈਗਾ ਕਿ ਪਾਵਰਕੌਮ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ 472 ਕਰੋੜ ਰੁਪਏ ਦੀ ਅਦਾਇਗੀ ਕਰੇਗਾ, ਔਰ ਨਾਲ ਇਹ ਕਿਹਾ ਗਿਆ ਕਿ ਲੇਟ ਪੇਮੈਂਟ ਸਰਚਾਰਜ ਵੀ ਤਾਰੇਗਾ, ਜਿਹੜਾ ਕਿ ਕਰੀਬ ਅੰਦਾਜ਼ਨ 80 ਕਰੋੜ ਰੁਪਇਆ ਬਣਦਾ ਹੈਗਾ। ਤਾਂ ਮੋਟੇ ਤੌਰ 'ਤੇ 550 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਕੇਂਦਰੀ ਟ੍ਰਿਬਿਊਨਲ ਨੇ ਪਾਵਰਕੌਮ ਨੂੰ ਤਾਰਨ ਲਈ ਕਿਹਾ ਹੈ, ਔਰ ਇਹ ਪੈਸਾ ਜਿਹੜਾ ਤਲਵੰਡੀ ਸਾਬੋ ਥਰਮਲ ਪਲਾਂਟ ਪ੍ਰਾਈਵੇਟ ਕੰਪਨੀ ਦਾ ਉਸ ਨੂੰ ਦਿੱਤਾ ਜਾਣਾ ਹੈ। ਇਹ ਵੱਖਰੀ ਗੱਲ ਹੈ ਕਿ ਪਾਵਰਕੌਮ ਦੇ ਜਿਹੜੇ ਅਧਿਕਾਰੀ ਹੈ ਇਸ ਫੈਸਲੇ ਨੂੰ ਅੱਗੇ ਚੈਲੰਜ ਸੁਪਰੀਮ ਕੋਰਟ 'ਚ ਕਰਦੇ ਨੇ ਜਾਂ ਨਹੀਂ ਕਰਦੇ ਨੇ। ਚੈਲੰਜ ਤਾਂ ਪਹਿਲਾਂ ਵੀ ਕੀਤਾ ਸੀ, ਦੋ ਕੋਲ ਵਾਸ਼ਿੰਗ ਦੇ ਪੈਸੇ 3400 ਕਰੋੜ ਰੁਪਇਆ ਤਾਰਿਆ ਗਿਆ ਸੀ। ਸੋ ਪ੍ਰਾਈਵੇਟ ਜਿਹੜੀ ਕੰਪਨੀ ਹੈ ਤਲਵੰਡੀ ਸਾਬੋ ਵੇਦਾਂਤਾ ਗਰੁੱਪ ਹੈ ਜਿਹੜਾ ਉਹਨੂੰ ਰਨ ਕਰਦਾ ਹੈਗਾ, ਤਾਂ ਉਸਨੇ ਇਹ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਪੰਜਾਬ ਦਾ, ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ, ਉਹਦੇ ਫੈਸਲਿਆਂ ਨੂੰ ਚੁਣੌਤੀ ਦਿੱਤੀ ਸੀ, ਜਿਹਦੇ ਸਬੰਧ ਦੇ ਵਿੱਚ ਇਹ ਫੈਸਲਾ ਆਇਆ ਹੈ। ਇਹ ਫੈਸਲਾ ਤਾਲੁਕ ਰੱਖਦਾ ਹੈ ਆਤਿਸ਼ ਸਤੰਬਰ 2016 ਤੋਂ ਲੈ ਕੇ ਅਕਤੂਬਰ 2017 ਤੱਕ ਜਿਹੜੇ 13 ਮਹੀਨਿਆਂ ਦਾ ਪੀਰੀਅਡ ਹੈ, ਉਸ ਪੀਰੀਅਡ ਦੇ ਦੌਰਾਨ ਤਲਵੰਡੀ ਸਾਬੋ ਥਰਮਲ ਪਲਾਂਟ ਨੇ ਇੰਪੋਰਟਡ ਕੋਲਾ ਯੂਜ਼ ਕੀਤਾ ਸੀ ਆਪਣੇ ਪਲਾਂਟ ਦੇ ਵਿੱਚ, ਪਰ ਸਾਡੀ ਪਾਵਰਕੌਮ ਨੇ ਉਹਨਾਂ ਨੂੰ ਜਿਹੜਾ ਲੋਕਲ ਕੋਲਾ ਹੈ
ਉਹਦਾ ਰੇਟ ਦਿੱਤਾ ਗਿਆ ਸੀ। ਤਾਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਜਿਹੜੇ ਪ੍ਰਬੰਧਕ ਹੈ ਉਹ ਚਾਹੁੰਦੇ ਸੀ ਕਿ ਸਾਨੂੰ ਇੰਪੋਰਟਡ ਕੋਲੇ ਦਾ ਰੇਟ ਹੈ ਜਿਹੜਾ ਦਿੱਤਾ ਜਾਵੇ, ਕਿਉਂਕਿ ਅਸੀਂ ਇੰਪੋਰਟ ਕਰਕੇ ਕੋਲਾ ਉੱਥੇ ਯੂਜ਼ ਕੀਤਾ ਹੈਗਾ ਜੀ। ਸੋ ਇਹ ਜਿਹੜਾ ਇੱਕ ਡਿਫਰੈਂਸ ਸੀ, ਜਿਹੜਾ ਆਪਾਂ ਗੱਲ ਕਹਿੰਦੇ ਹਾਂ ਕਿ ਪੈਨਲਟੀ ਦੇ ਇਨਕਲੂਡ ਕਰਕੇ 550 ਕਰੋੜ ਰੁਪਏ ਦਾ ਬਣਦਾ ਜਿਹੜਾ ਹੁਣ ਦਿੱਤਾ ਜਾਣਾ ਹੈਗਾ ਜੀ। ਇਸ ਤੋਂ ਪਹਿਲਾਂ ਜੇ ਆਪਾਂ 3400 ਕਰੋੜ ਰੁਪਈਆ ਸੁਪਰੀਮ ਕੋਰਟ ਨੇ ਕੋਲ ਵਾਸ਼ਿੰਗ ਵਾਲਾ ਵੀ ਜੋੜ ਲਈਏ, ਔਰ ਇਸ ਤੋਂ ਪਹਿਲਾਂ ਜਿਹੜਾ ਇੰਪੋਰਟਡ ਕੋਲਾ ਪਹਿਲਾਂ ਵੀ ਵਰਤਿਆ ਗਿਆ, ਬਾਅਦ 'ਚ ਵੀ ਵਰਤਿਆ ਗਿਆ, ਉਹਦੇ ਵੀ ਤਕਰੀਬਨ 1500 ਕਰੋੜ ਰੁਪਇਆ ਬਣ ਜਾਂਦਾ ਹੈ ਤੇ 550 ਕਰੋੜ ਰੁਪਇਆ ਹੋਣ ਵਾਲਾ ਬਣ ਜਾਣਾ ਹੈਗਾ। ਤਾਂ ਸਮੁੱਚੇ ਰੂਪ ਦੇ ਵਿੱਚ ਇਹ ਤਕਰੀਬਨ 5500 ਕਰੋੜ ਰੁਪਈਆ ਸਾਨੂੰ ਇਕੱਲੇ ਕੋਲੇ ਨਾਲ ਤਾਲੁਕ ਰੱਖਦੀਆਂ ਗੱਲਾਂ ਕਰਕੇ ਵਾਧੂ ਜਿਹੜਾ ਤਾਰਨਾ ਪੈਣਾ ਹੈਗਾ ਜੀ। ਹਾਂ, ਜੇ ਆਪਾਂ ਇਹਦਾ ਥੋੜਾ ਜਿਹਾ ਪਿਛੋਕੜ ਦੇਖੀਏ ਆਤਿਸ਼, ਤਾਂ ਜਿਸ ਟਾਈਮ ਬਿਜਲੀ ਸਮਝੌਤੇ ਹੋਏ ਸੀ ਤਾਂ ਉਸ ਟਾਈਮ ਹੀ ਇਹ ਗੱਲ ਹੈ ਜਿਹੜੀ ਤੁਰ ਪਈ ਸੀ, ਕਿਉਂਕਿ ਇੱਕ ਤਾਂ ਕੋਲੇ ਦੀ ਕੁਆਲਿਟੀ 'ਤੇ ਉਂਗਲ ਹੈ ਜਿਹੜੀ ਉੱਠੀ ਸੀ ਜੀ। ਦੂਸਰਾ ਕੋਲੇ ਦੀ ਕੁਆਂਟੀਟੀ 'ਤੇ ਉਂਗਲ ਉੱਠੀ ਸੀ, ਕਿਉਂਕਿ ਜਿਹੜੇ ਬਿਜਲੀ ਸਮਝੌਤੇ ਹੈ ਉਹ ਵੱਧ ਸਮਰੱਥਾ ਦੇ ਕੀਤੇ ਗਏ ਸੀ ਤੇ ਕੋਲੇ ਦਾ ਪ੍ਰਬੰਧ ਹੈ ਜਿਹੜਾ ਉਹਨਾਂ ਨਹੀਂ ਕੀਤਾ ਗਿਆ ਸੀ। ਤਾਂ ਸਾਲ 2014 ਤੋਂ ਥੋੜ੍ਹਾ ਅਰਸਾ ਪਹਿਲਾਂ ਹੀ ਜਿਹੜੀ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਦੇ ਮੈਨੇਜਮੈਂਟ ਹੈ ਉਸ ਕੰਪਨੀ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਹੈ ਜਿਹੜਾ ਉਹਦੇ ਕੋਲੇ ਪਟੀਸ਼ਨ ਦਾਇਰ ਕਰ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਮੁੱਖ ਤੌਰ 'ਤੇ ਇਹ ਮੰਗ ਕੀਤੀ ਸੀ ਕਿ ਸਾਡੇ ਕੋਲੇ ਦੀ ਪੂਰੀ ਕੁਆਂਟੀਟੀ ਨਹੀਂ ਹੈ, ਸਾਡੇ ਕੋਲੇ ਜਿਹੜਾ ਗੁਣਵੱਤਾ ਵਾਲਾ ਕੋਲਾ ਹੈਗਾ, ਅੱਛਾ ਕੋਲਾ ਹੈਗਾ, ਕੁਆਲਿਟੀ ਵਾਲਾ, ਉਹ ਮੌਜੂਦ ਨਹੀਂ ਹੈ। ਇਸ ਕਰਕੇ ਸਾਨੂੰ ਇੰਪੋਰਟਡ ਕੋਲਾ ਵਰਤਣ ਦੀ ਜਿਹੜੀ ਪ੍ਰਵਾਨਗੀ ਦਿੱਤੀ ਜਾਵੇ। ਤਾਂ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਦੇ ਨੇ ਉਸ ਟਾਈਮ 1 ਫਰਵਰੀ 2014 ਨੂੰ ਜਿਹੜਾ ਇੱਕ ਫੈਸਲਾ ਸੁਣਾਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ 3 ਸ਼ਰਤਾਂ ਦੇ ਨਾਲ ਇੰਪੋਰਟਡ ਕੋਲਾ ਵਰਤਣ ਦੀ ਜਿਹੜੀ ਆਗਿਆ ਹੈ ਉਹ ਤਲਵੰਡੀ ਸਾਬੋ ਥਰਮਲ ਨੂੰ ਦੇ ਦਿੱਤੀ ਸੀ। ਉਹਦੇ ਵਿੱਚ ਆਤਿਸ਼ ਪਹਿਲਾਂ ਤਾਂ ਇਹ ਕਿਹਾ ਗਿਆ ਸੀ ਕਿ ਜਿਹੜਾ ਤੁਸੀਂ ਆਲਰੇਡੀ ਕੋਲ ਇੰਡੀਆ ਕੰਪਨੀ ਤੋਂ ਕੋਲਾ ਲੈ ਰਹੇ ਹੋ ਉਹ ਤੁਹਾਨੂੰ ਪੂਰਾ ਕੋਲਾ ਚੁੱਕਣਾ ਪਏਗਾ, ਨੰਬਰ 1। ਨੰਬਰ 2, ਤੁਸੀਂ ਜਿਹੜਾ ਇੰਪੋਰਟਡ ਕੋਲਾ ਹੈ ਉਹ ਸਿਰਫ ਖਾਸ ਹਾਲਾਤਾਂ ਦੇ ਵਿੱਚ, ਕੋਈ ਹੰਗਾਮੀ ਹਾਲਾਤ ਦੇ ਵਿੱਚ ਉਸ ਨੂੰ ਯੂਜ਼ ਕਰੋਗੇ, ਰੂਟੀਨ 'ਚ ਨਹੀਂ ਯੂਜ਼ ਕਰੋਗੇ। ਤੀਸਰਾ, ਕਮਿਸ਼ਨ ਨੇ ਇੱਕ ਪੰਜਾਬ ਸਰਕਾਰ ਦੀ ਸਟੈਂਡਿੰਗ ਕਮੇਟੀ ਦਾ ਗਠਨ ਕੀਤਾ ਸੀਗਾ, ਜਿਹਦੇ ਵਿੱਚ ਪੰਜਾਬ ਸਟੇਟ ਦੇ ਨੁਮਾਇੰਦੇ ਸਰਕਾਰ ਦੇ ਔਰ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਨੁਮਾਇੰਦਾ ਵੀ ਸ਼ਾਮਲ ਕੀਤਾ ਗਿਆ ਸੀ। ਇਹ ਕੰਡੀਸ਼ਨ ਲਾਈ ਗਈ ਸੀ ਕਿ ਜਦੋਂ ਵੀ ਇੰਪੋਰਟਡ ਕੋਲਾ ਖਰੀਦਣਾ ਹੈ ਤਾਂ ਉਸ ਤੋਂ ਪਹਿਲਾਂ ਇਹ ਜਿਹੜੀ ਸਟੈਂਡਿੰਗ ਕਮੇਟੀ ਹੈ ਉਹ ਇਸ ਦੀ ਅਲਾਓ ਕਰੇਗੀ, ਪ੍ਰਵਾਨਗੀ ਦੇਗੀ ਜੀ। ਤਾਂ ਥੋੜ੍ਹੇ ਟਾਈਮ ਬਾਅਦ ਜਦੋਂ ਇਹ ਕੇਸ ਆਪਣਾ ਉਸ ਕਮੇਟੀ ਕੋਲ ਲੈ ਕੇ ਗਏ ਤਲਵੰਡੀ ਥਰਮਲ ਵਾਲੇ, ਤਾਂ ਉਹਨਾਂ ਨੇ ਇਹਨਾਂ ਨੂੰ ਇੰਪੋਰਟਡ ਕੋਲਾ ਵਰਤਣ ਤੋਂ ਨਾ ਕਰ ਦਿੱਤੀ, ਅਲਾਓ ਨਾ ਕੀਤਾ। ਤਾਂ ਉਸ ਤੋਂ ਬਾਅਦ ਹੀ ਸਰਕਾਰ ਨੇ ਅਗਲੇ ਵਰ੍ਹੇ 2017 ਦੇ ਵਿੱਚ ਮਾਰਚ ਦੇ ਵਿੱਚ ਪਾਵਰਕੌਮ ਨੇ ਚਿੱਠੀਆਂ ਕੱਢ ਦਿੱਤੀਆਂ ਤਲਵੰਡੀ ਸਾਬੋ ਥਰਮਲ ਨੂੰ ਕਿ ਅੱਗੇ ਪੈੜੀ ਦਾ ਸੀਜ਼ਨ ਆ ਰਿਹਾ ਹੈ, ਇਸ ਕਰਕੇ ਸਾਨੂੰ ਪੂਰੀ ਜਿਹੜੀ ਬਿਜਲੀ ਸਪਲਾਈ ਤਲਵੰਡੀ ਸਾਬੋ ਥਰਮਲ ਤੋਂ ਦਿੱਤੀ ਜਾਵੇ ਜੀ। ਤਾਂ ਇਨ ਬਿਟਵੀਨ ਕੀ ਹੋਇਆ ਕਿ ਤਲਵੰਡੀ ਸਾਬੋ ਥਰਮਲ ਨੇ ਜਿਹੜਾ ਬਿਨਾਂ ਆਗਿਆ ਲਏ ਜਿਹੜਾ ਕੋਲਾ, ਵਿਦੇਸ਼ੀ ਕੋਲਾ ਵਰਤਣਾ ਸ਼ੁਰੂ ਕਰ ਦਿੱਤਾ ਜੀ। ਮੀਨ ਟਾਈਮ ਤਲਵੰਡੀ ਸਾਬੋ ਥਰਮਲ ਦੇ ਵਿੱਚ ਅਪ੍ਰੈਲ 2017 ਦੇ ਵਿੱਚ ਉੱਥੋਂ ਦਾ ਜਿਹੜਾ ਕੋਲ ਪਲਾਂਟ ਸੀ ਉਹਦੇ ਵਿੱਚ ਅੱਗ ਲੱਗ ਗਈ, ਜਿਹਦੇ ਕਰਕੇ ਅੱਗੇ ਜੂਨ ਤੱਕ ਹੈ ਜਿਹੜਾ ਥਰਮਲ ਪਲਾਂਟ ਉਹ ਬੰਦ ਰਿਹਾ। ਤਾਂ ਇਸ ਸਮੇਂ ਦੇ ਦੌਰਾਨ ਆਤਿਸ਼ ਉਹਨਾਂ ਨੇ ਜਿਹੜਾ ਬੰਦਾ ਕੋਲਾ ਸੀ ਉਹ ਕੋਲ ਇੰਡੀਆ ਤੋਂ 2 ਮਹੀਨੇ ਸਪਲਾਈ ਨਹੀਂ ਲਈ ਜੀ। ਤਾਂ ਇਹ ਮਸਲੇ ਖੜੇ ਹੋ ਗਏ, ਨਾ ਤਾਂ ਉਹਨਾਂ ਨੇ ਪੂਰਾ ਸਮੁੱਚੀ ਜਿਹੜੀਆਂ ਸ਼ਰਤਾਂ ਲਾਈਆਂ ਸੀ, ਨਾ ਤਾਂ ਕੋਲਾ ਪੂਰਾ ਚੱਕਿਆ ਕੋਲ ਇੰਡੀਆ ਤੋਂ, ਤੇ ਨਾ ਹੀ ਉਹਨਾਂ ਨੇ ਇੰਪੋਰਟਡ ਕੋਲਾ ਯੂਜ਼ ਕਰਨ ਦੀ ਸਟੈਂਡਿੰਗ ਕਮੇਟੀ ਦੀ ਜਿਹੜੀ ਪ੍ਰਵਾਨਗੀ ਹੈ ਉਹ ਹਾਸਲ ਕੀਤੀ ਸੀਗੀ। ਤਾਂ ਇਸ ਗੱਲ ਦਾ ਰੌਲਾ ਪੈ ਗਿਆ। ਜਦੋਂ ਪੇਮੈਂਟ ਦੀ ਗੱਲ ਆਈ ਤਾਂ ਪਾਵਰਕੌਮ ਨੇ ਜਿਹੜੇ ਲੋਕਲ ਰੇਟ ਸੀ ਕੋਲ ਇੰਡੀਆ ਵਾਲੇ ਉਹ ਕੋਲਾ ਜਿੰਨੇ ਯੂਨਿਟ ਲਿਆ ਉਹਨਾਂ ਤੋਂ ਉਨੇ ਉਹਨਾਂ ਨੂੰ ਚਾਰਜਸ ਦੇ ਦਿੱਤੇ ਜੀ। ਉਸ ਤੋਂ ਬਾਅਦ ਜਿਹੜਾ ਤਲਵੰਡੀ ਸਾਬੋ ਥਰਮਲ ਵਾਲੇ ਜਿਹੜੇ ਮੈਨੇਜਮੈਂਟ ਹੈ ਉਹਨੇ ਇਹ ਸਾਰਾ ਕੇਸ ਹੈ ਜਿਹੜਾ ਮੁੜ ਰੈਗੂਲੇਟਰੀ ਕਮਿਸ਼ਨ ਕੋਲੇ, ਪੰਜਾਬ ਵਾਲੇ ਕੋਲੇ ਕਰ ਦਿੱਤਾ। ਤਾਂ 2019 ਦੇ ਵਿੱਚ ਰੈਗੂਲੇਟਰੀ ਕਮਿਸ਼ਨ ਨੇ ਤਲਵੰਡੀ ਸਾਬੋ ਥਰਮਲ ਦੀਆਂ ਜਿਹੜੀਆਂ ਪਟੀਸ਼ਨਾਂ ਸੀ ਉਹਨਾਂ ਨੂੰ ਰੱਦ ਕਰ ਦਿੱਤਾ। ਉਹਨਾਂ ਨੂੰ ਕਹਿਤਾ ਕਿ ਨਹੀਂ, ਤੁਸੀਂ ਵਿਦੇਸ਼ੀ ਜਿਹੜਾ ਕੋਲਾ ਹੈ ਉਹ ਯੂਜ਼ ਨਹੀਂ ਕਰ ਸਕਦੇ, ਜਿਹੜਾ ਰੇਟ ਦਿੱਤਾ ਗਿਆ ਤੁਹਾਨੂੰ ਲੋਕਲ ਕੋਲੇ ਦਾ ਉਹ ਠੀਕ ਦਿੱਤਾ ਗਿਆ ਜੀ। ਤਾਂ ਫਿਰ ਉਸ ਤੋਂ ਬਾਅਦ ਫੈਸਲਾ ਆਉਣ ਤੋਂ 2019 ਤੋਂ ਬਾਅਦ ਤਾਂ ਇਹ ਮੈਨੇਜਮੈਂਟ ਨੇ, ਵੇਦਾਂਤਾ ਗਰੁੱਪ ਨੇ ਰੈਗੂਲੇਟਰੀ ਕਮਿਸ਼ਨ ਦੇ ਫੈਸਲੇ ਨੂੰ ਜਿਹੜਾ ਚੈਲੰਜ ਕਰ ਦਿੱਤਾ ਕੇਂਦਰੀ ਅਪੀਲੀ ਟ੍ਰਿਬਿਊਨਲ ਜਿਹੜਾ ਦਿੱਲੀ ਵਾਲਾ ਹੈਗਾ ਉਹਦੇ ਕੋਲੇ। ਤਾਂ ਉਹਦਾ ਫੈਸਲਾ ਜਿਹੜਾ ਹੁਣ 19 ਜੁਲਾਈ ਨੂੰ ਆਇਆ ਹੈ, ਜਿਹਦੇ ਵਿੱਚ ਪਾਵਰਕੌਮ ਨੇ ਆਪਣਾ ਤਰਕ ਵੀ ਰੱਖਿਆ ਸੀਗਾ ਕਿ ਇਹਨਾਂ ਨੇ ਆਪਣਾ ਪੂਰਾ ਜਿਹੜਾ ਕੋਲਾ ਹੈ ਕੋਲ ਇੰਡੀਆ ਤੋਂ ਚੱਕਿਆ ਨਹੀਂ। ਤਾਂ ਉਹਨਾਂ ਨੇ ਲੌਜਿਕ ਦੇ ਦਿੱਤਾ ਕਿ ਸਾਡੇ ਪਲਾਂਟ ਦੇ ਵਿੱਚ ਜਿਹੜੀ ਅੱਗ ਪੈ ਗਈ ਸੀਗੀ ਇਹ ਕੁਦਰਤੀ ਆਫਤ ਹੈ, ਸਾਡੇ ਕਿਹੜਾ ਇਹ ਹੱਥ ਵੱਸ ਸੀ
ਤੇ ਸਾਡੀ ਮਜਬੂਰੀ ਸੀ। ਤਾਂ ਪਾਵਰਕੌਮ ਨੇ ਕਿਹਾ ਸੀ ਕਿ ਇਹ ਕੁਦਰਤੀ ਆਫਤ ਨਹੀਂ, ਕੋਈ ਕੁਦਰਤੀ ਆਫਤ ਕਿਹੜਾ ਤੁਹਾਨੂੰ ਕਿ ਅਚਾਨਕ ਕੋਈ ਅੱਗ ਬਾਹਰੋਂ ਲੱਗੀ ਹੈਗੀ ਹੈ, ਇਹ ਤਾਂ ਅੰਦਰ ਤੁਹਾਡੇ ਕੋਲ ਪਲਾਂਟ ਹੈ ਜਿਹੜਾ ਉਹਦੇ ਵਿੱਚ ਲੱਗੀ ਹੈ। ਇਹਦੀ ਮੈਨੇਜਮੈਂਟ ਤਾਂ ਤੁਸੀਂ ਦੇਖਣੀ ਸੀ, ਕੋਈ ਫਾਇਰ ਫਾਈਟਿੰਗ ਇੰਸਟਰੂਮੈਂਟ ਜਿਹੜੇ ਲਗਾਉਣੇ ਸੀਗੇ ਜਾਂ ਹੋਰ ਜਿਹੜੀ ਉਹਦਾ ਮੇਨਟੇਨੈਂਸ ਕਰਨਾ, ਬੈਲਟਾਂ ਦਾ ਹੋਰ ਕਰਨਾ ਹੈ, ਉਹ ਤੁਸੀਂ ਦੇਖਣਾ ਸੀ, ਤੁਹਾਡੀ ਹੈਡੇਕ ਸੀ ਜੀ। ਇਹਦੇ ਵਿੱਚ ਸਾਡਾ ਕੋਈ ਫਾਲਟ ਨਹੀਂ ਹੈ। ਉਹਨਾਂ ਨੇ ਕਿਹਾ ਸੀ ਜੀ ਜਿਹੜਾ ਕੋਲਾ ਹੈਗਾ ਉਹ ਕੁਆਲਿਟੀ ਵਾਲਾ ਨਹੀਂ ਸੀ ਆ ਰਿਹਾ, ਅਤੇ ਅਸੀਂ ਪੈਡੀ ਸੀਜ਼ਨ ਦੇ ਵਿੱਚ ਸਪਲਾਈ ਦੇਣੀ ਸੀਗੀ, ਇਸ ਕਰਕੇ ਅਸੀਂ ਇੰਪੋਰਟਡ ਕੋਲਾ ਜਿਹੜਾ ਯੂਜ਼ ਕੀਤਾ। ਤਾਂ ਅਲਟੀਮੇਟਲੀ ਜਿਸ ਤਰ੍ਹਾਂ ਪਹਿਲਾਂ ਪਾਵਰਕੌਮ ਸੁਪਰੀਮ ਕੋਰਟ ਦੇ ਵਿੱਚ ਕੇਸ ਹਾਰ ਗਿਆ ਸੀਗਾ ਜੀ, ਟ੍ਰਿਬਿਊਨਲ ਕੋਲ ਹਾਰ ਗਿਆ ਸੀਗਾ, ਤਾਂ ਉਦੋਂ ਸਿਆਸੀ ਰੌਲਾ ਵੀ ਕਾਫੀ ਪਿਆ ਸੀ ਕਿ 3400 ਕਰੋੜ ਰੁਪਏ ਦਾ ਜਿਹੜਾ ਬੋਝ ਹੈ ਉਹ ਪਾਵਰਕੌਮ 'ਤੇ ਪਾ ਦਿੱਤਾ। ਵਿਰੋਧੀ ਧਿਰਾਂ ਨੇ ਉਂਗਲ ਉਠਾਈ ਸੀ ਹਾਕਮ ਧਿਰ 'ਤੇ। ਸੋ ਉਸੇ ਤਰ੍ਹਾਂ ਦਾ ਫੈਸਲਾ ਇਹ ਹੈ ਕਿ ਉਹ 3400 ਕਰੋੜ ਰੁਪਏ ਦੀ ਅਮਾਊਂਟ ਇਨਵੋਲਵ ਸੀ ਉਹਦੇ ਵਿੱਚ, ਔਰ ਇਹਦੇ ਵਿੱਚ 550 ਕਰੋੜ ਰੁਪਏ ਦੀ ਅਮਾਊਂਟ ਹੈ ਜਿਹੜੀ ਇਨਵੋਲਵ ਹੈ। ਹੁਣ ਦੇਖਣਾ ਇਹ ਹੈ ਕਿ ਇਸ ਫੈਸਲੇ ਨੂੰ ਲੈ ਕੇ ਪਾਵਰਕੌਮ ਸੁਪਰੀਮ ਕੋਰਟ ਜਾਂਦਾ ਹੈ ਜਾਂ ਨਹੀਂ ਜਾਂਦਾ। ਸੈਕਿੰਡ ਇਹ ਵੀ ਦੇਖਣਾ ਹੋਏਗਾ ਕਿ ਸਾਡੀਆਂ ਵਿਰੋਧੀ ਧਿਰਾਂ ਇਸ ਨੂੰ ਇਸ਼ੂ ਬਣਾਉਂਦੀਆਂ ਨੇ ਜਾਂ ਨਹੀਂ ਜੀ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਇਹ ਸਾਰਾ ਪੁਆੜਾ ਜਿਹੜਾ ਹੈਗਾ ਵਿਦੇਸ਼ੀ ਕੋਲੇ ਤੋਂ ਸ਼ੁਰੂ ਹੋਇਆ, ਅਸੀਂ ਜਾਣਨਾ ਚਾਹਾਂਗੇ ਕਿ ਵਿਦੇਸ਼ੀ ਕੋਲੇ ਦੀ ਅਸਲ ਜੜ ਕਿਹੜੀ ਰਹੀ ਹੈ? ਦੇਖੋ, ਆਤਿਸ਼ ਹੁਣ ਤਾਂ ਇਹ ਗੱਲ ਲੁਕੀ ਛੁਪੀ ਨਹੀਂ ਰਹੀ ਹੈਗੀ ਹੈ। ਇਹਦੀ ਜੜ ਕੀ, ਇਹਦੀਆਂ ਸਾਰੀਆਂ ਤਹਿਾਂ ਬਾਰੇ ਹਰ ਪੰਜਾਬੀ ਜਿਹੜਾ ਜਾਣਦਾ ਹੈਗਾ ਕਿ ਇਹ ਬਿਜਲੀ ਸਮਝੌਤੇ ਹੋਈ ਗਲਤ ਸੀ ਜੀ। ਇਹ ਸਿਆਸੀ ਹਲਕੇ ਕਹਿੰਦੇ ਆ, ਮਾਹਰ ਵੀ ਕਹਿੰਦੇ ਨੇ, ਜਾਂ ਇਹਦੀ ਚਰਚਾ ਵੀ ਹੈਗੀ ਹੈ ਜੀ। ਇੱਕ ਤਾਂ ਕਾਹਲੀ ਦੇ ਵਿੱਚ ਫੈਸਲੇ ਲਏ ਗਏ। ਜਿੰਨੀ ਸਾਨੂੰ ਸਮਰੱਥਾ ਦੀ ਬਿਜਲੀ ਚਾਹੀਦੀ ਸੀ, ਜਿਸ ਤਰ੍ਹਾਂ 2006 ਦੇ ਵਿੱਚ ਜਦੋਂ ਕੈਪਟਨ ਹਕੂਮਤ ਸੀ ਤਾਂ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ 2000 ਮੈਗਾਵਾਟ ਦੇ ਲਾਣਾ ਜੀ। ਇਹਨਾਂ ਨੇ ਫੈਸਲਾ ਕਰ ਲਿਆ ਕਿ 3920 ਮੈਗਾਵਾਟ ਦੇ ਅਸੀਂ ਥਰਮਲ ਲਗਾਉਣੇ ਹੈਗੇ ਨੇ, ਸਮਰੱਥਾ ਤੋਂ ਵੱਧ ਦੇ ਥਰਮਲ ਲਗਾਏ। ਫਿਰ ਉਸ ਜਿਹੜੇ MOU ਸਾਈਨ ਹੋਏ ਉਹਦੇ ਵਿੱਚ ਬਹੁਤ ਸਾਰੇ ਲੂਪ ਹੋਲ ਛੱਡ ਦਿੱਤੇ, ਬਹੁਤ ਸਾਰੇ ਲਕੂਨੇ ਛੱਡ ਦਿੱਤੇ, ਕੋਈ ਸਪਸ਼ਟ ਧਾਰਾਵਾਂ ਨਹੀਂ ਲਿਖੀਆਂ ਗਈਆਂ, ਜਿਹਦਾ ਫਾਇਦਾ ਹੁਣ ਪ੍ਰਾਈਵੇਟ ਕੰਪਨੀਆਂ ਲੈ ਰਹੀਆਂ ਨੇ। ਜਿਵੇਂ ਹੁਣ ਜਦੋਂ ਅਸੀਂ ਕਹਿੰਦੇ ਕਿ ਰੱਦ ਕਰ ਦਿਓ ਤਾਂ ਰੱਦ ਕਰਨੇ ਬੜੇ ਔਖੇ, ਕਿਵੇਂ ਟਰਮੀਨੇਟ ਕਰੋਗੇ ਤੁਸੀਂ? ਤਾਂ ਇਸ ਕਿਸਮ ਦਾ ਹੈਗਾ। ਹਾਲਾਂਕਿ ਮਿਨਿਸਟਰੀ ਆਫ ਪਾਵਰ ਦੀਆਂ ਬੜੀਆਂ ਸਪਸ਼ਟ ਗਾਈਡਲਾਈਨਸ ਸੀਗੀਆਂ ਕਿ ਜਦੋਂ ਵੀ ਕੋਈ ਸਟੇਟ ਨੇ ਕੋਈ ਨਵਾਂ ਥਰਮਲ ਪਲਾਂਟ ਲਗਾਉਣਾ ਹੈਗਾ ਤਾਂ ਉਸ ਤੋਂ ਪਹਿਲਾਂ, ਟੈਂਡਰ ਕਰਨ ਤੋਂ ਪਹਿਲਾਂ, ਉਹਦੇ ਕੋਲੇ ਦੇ ਜਿਹੜੇ ਸਮੁੱਚੇ ਪ੍ਰਬੰਧ ਹੈ ਉਹ ਹੋਣੇ ਚਾਹੀਦੇ। ਕੋਲ ਲਿੰਕੇਜ ਕਹਿ ਦਿੰਦੇ ਜਿਹਨੂੰ ਅਸੀਂ ਜੀ। ਪਰ ਇਹਦੇ ਵਿੱਚ ਸਾਡੇ ਕੋਲੇ ਕੋਲ ਲਿੰਕਸ ਦੇ ਕੋਈ ਪ੍ਰਬੰਧ ਨਹੀਂ ਸੀਗੇ ਪ੍ਰੋਪਰ, ਅਤੇ ਅਸੀਂ ਇਹ ਟੈਂਡਰ ਵੀ ਕਰ ਦਿੱਤੇ ਸੀ, ਜਿਹਦਾ ਕਰਕੇ ਹੁਣ ਰੌਲਾ ਪਿਆ ਹੈਗਾ। ਸੈਕਿੰਡ ਇਹ ਸੀ ਕਿ ਜਦੋਂ 2006 ਦੇ ਵਿੱਚ ਜਦੋਂ ਕੈਪਟਨ ਸਾਹਿਬ ਦੀ ਪੁਰਾਣੀ ਹਕੂਮਤ ਸੀ ਤਾਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਸਟੇਟ ਦੀ ਆਪਣੀ ਕੋਲ ਮਾਈਨ ਹੈ ਪਿਛਵਾੜਾ, ਕਿ ਉੱਥੋਂ ਕੋਲਾ ਅਸੀਂ ਲਵਾਂਗੇ 2000 ਮੈਗਾਵਾਟ ਦਾ। ਪਰ ਨਵੇਂ ਜਦੋਂ ਗੱਠਜੋੜ ਸਰਕਾਰ ਨੇ ਸਮਝੌਤੇ ਕੀਤੇ ਤਾਂ ਉਸ ਨੂੰ ਇਗਨੋਰ ਹੀ ਕਰ ਦਿੱਤਾ ਪਿਛਵਾੜਾ ਕੋਲ ਮਾਈਨ ਨੂੰ ਜੀ। ਉਹਦੀ ਥਾਂ ਕੋਲ ਇੰਡੀਆ ਨੂੰ ਜਿਹੜਾ ਚੂਜ਼ ਕਰ ਲਿਆ ਗਿਆ। ਬਿਲਕੁਲ। ਤਾਂ ਉਹ ਕੋਲਾ ਜਿਹੜਾ ਸਸਤਾ ਵੀ ਪੈਣਾ ਸੀ, ਸਟੇਟ ਦੀ ਆਪਣੀ ਮਾਈਨ ਸੀਗੇ। ਇਹ ਦੂਸਰੀ ਮਾਈਨ ਹੈ, ਕੋਲ ਇੰਡੀਆ ਕੰਪਨੀ ਹੈ, ਇਹ ਤੋਂ ਕੋਲਾ ਜਿਹੜਾ ਮਹਿੰਗਾ ਵੀ ਪੈ ਰਿਹਾ। ਅਸੀਂ ਉਹਨਾਂ ਨਾਲ ਕਮਿਟਮੈਂਟਸ ਜਿਹੜੀਆਂ ਬਹੁਤ ਜ਼ਿਆਦਾ ਕਰ ਲਈਆਂ ਪ੍ਰਾਈਵੇਟ ਕੰਪਨੀਆਂ ਨਾਲ ਕਿ ਤੁਹਾਨੂੰ ਇੰਨੀ ਗੁਣਵੱਤਾ ਵਾਲਾ ਜਿਹੜਾ ਕੋਲਾ ਦੇਵਾਂਗੇ, ਇੰਨੀ ਕੁਆਂਟਿਟੀ 'ਚ ਦੇਵਾਂਗੇ। ਪਹਿਲੀ ਗੱਲ ਤਾਂ ਕੁਆਂਟਿਟੀ ਘਟ ਗਈ ਜਿੰਨੀ ਸਮਰੱਥਾ ਦੇ ਸੀਗੇ, ਅਤੇ ਸੈਕਿੰਡ ਉਹ ਉਸ ਤਰ੍ਹਾਂ ਦੀ ਕੁਆਲਿਟੀ ਨਹੀਂ ਸੀ ਕੋਲੇ ਦੀ, ਜਿਹਦੇ ਕਰਕੇ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪਰ ਹੁਣ ਕਿੱਥੇ ਕਿੱਥੇ ਕੋਈ ਫਲਾ ਰਹੇ ਨੇ ਤਾਂ ਉਹਦੇ ਲਈ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਵਾਈਟ ਪੇਪਰ ਜਾਰੀ ਕਰਕੇ ਦੱਸਾਂਗੇ, ਪਰ ਅਜੇ ਤੱਕ ਵਾਈਟ ਪੇਪਰ ਵੀ ਨਹੀਂ ਆਇਆ। ਪੰਜਾਬ ਦੇ ਲੋਕ ਇਸ ਗੱਲੋਂ ਬਹੁਤ ਹੈਰਾਨ ਨੇ ਆਤਿਸ਼ ਕਿ ਵਾਈਟ ਪੇਪਰ ਦੇ ਵਿੱਚ ਕੀ ਆਉਣਾ ਹੈਗਾ, ਕਿ ਪਿਛਲੀ ਸਰਕਾਰ ਨੇ ਜਿਹੜੇ ਸਮਝੌਤੇ ਕੀਤੇ ਕਿ ਠੀਕ ਕੀਤੇ ਜਾਂ ਗਲਤ ਕੀਤੇ ਜੀ। ਤਾਂ ਮੌਜੂਦਾ ਹਕੂਮਤ ਕਾਂਗਰਸ ਸਰਕਾਰ ਹੈ, ਤਾਂ ਕਾਂਗਰਸ ਸਰਕਾਰ ਨੂੰ ਇਹਦੇ ਵਿੱਚ ਕੀ ਲੁੱਕ ਲਪੇਟ ਨਹੀਂ ਹੋਣਾ ਚਾਹੀਦਾ ਕੋਈ ਜੀ, ਕਿਉਂਕਿ ਦੂਸਰੀ ਪਾਰਟੀ ਦੀ ਸਰਕਾਰ ਨੇ ਸਮਝੌਤੇ ਕੀਤੇ ਪਏ ਹੈ। ਉਹਨਾਂ ਨੂੰ ਤਾਂ ਬਿਲਕੁਲ ਸਾਫ਼ ਕਰ ਦੇਣਾ ਚਾਹੀਦਾ, ਸਾਰਾ ਪੰਜਾਬੀਆਂ ਅੱਗੇ ਰੱਖ ਦੇਣਾ ਚਾਹੀਦਾ ਹੈ ਕੱਚਾ ਚਿੱਠਾ। ਪਰ ਵਾਈਟ ਪੇਪਰ ਰੋਕਿਆ ਕਿਉਂ ਹੈ? ਇਹ ਬਹੁਤ ਸਾਰੇ ਜਿਹੜੇ ਅੰਦਰਲੇ ਸੂਤਰ ਆ ਉਹ ਤਾਂ ਜਾਣਦੇ ਇਹਨਾਂ ਗੱਲਾਂ ਨੂੰ ਜੀ, ਕਿਉਂਕਿ ਇਹ ਵਾਈਟ ਪੇਪਰ ਜੇ ਆਉਂਦਾ ਹੈ, ਸੱਚਾ ਵਾਈਟ ਪੇਪਰ ਆਉਂਦਾ, ਓਰੀਜਨਲ ਵਾਈਟ ਪੇਪਰ ਆਉਂਦਾ ਹੈਗਾ, ਕੋਈ ਲੁਕੋ ਕੇ ਨਹੀਂ ਰੱਖਿਆ ਜਾਂਦਾ, ਤਾਂ ਬਹੁਤ ਸਾਰੇ ਜਿਹੜੇ ਬਿਊਰੋਕਰੇਟ ਨੇ ਖਾਸ ਕਰਕੇ ਉਹਨਾਂ ਦੇ ਮਖੌਟੇ ਉਤਰਨ ਦਾ ਡਰ ਹੈ। ਕਿਉਂਕਿ ਉਹਨਾਂ ਨੇ ਮਖੌਟੇ ਜਿਹੜੇ ਹੋਰ ਪਹਿਨੇ ਹੋਏ ਨੇ, ਉਹਨਾਂ ਨੂੰ ਲੱਗਦਾ ਕਿ ਸਾਡੇ ਸਾਰੇ ਹੀ ਉਲਟ ਫੇਰ ਹੋ ਜਾਏਗਾ, ਅਸੀਂ ਜਿਹੜਾ ਆਪਣਾ ਚਿਹਰਾ ਮੂਹਰਾ ਬਣਾਇਆ ਪਿਆ ਉਹ ਬਿਲਕੁਲ ਹੀ ਉਲੱਦਿਆ ਜਾਏਗਾ ਜੀ। ਤਾਂ ਵੱਡਾ ਕਾਰਨ ਇਹ ਵੀ ਹੈ। ਹੁਣ ਹੋ ਸਕਦਾ ਸਰਕਾਰ ਚਾਹੁੰਦੀ ਵੀ ਹੋਵੇ ਕਿ ਜਿਹੜੇ ਕਸੂਰਵਾਰ ਹੈ ਅਸੀਂ ਉਹਨਾਂ ਨੂੰ ਲੋਕਾਂ ਜਨਤਾ ਸਾਹਮਣੇ ਰੱਖੀਏ ਵੀ ਜੀ, ਕਿੱਥੇ ਕਿੱਥੇ ਕਿਹਨੇ ਗਲਤੀ ਕੀਤੀ ਹੈਗੀ ਹੈ ਅਤੇ ਪੰਜਾਬੀਆਂ ਨੂੰ ਕਿੰਨਾ ਭੁਗਤਣਾ ਪਿਆ, ਅਤੇ ਕਿਸ ਤਰ੍ਹਾਂ ਕਿ ਇਸ ਨੂੰ ਰੱਦ ਕੀਤਾ ਜਾ ਸਕਦਾ ਹੈਗਾ, ਕਿਸ ਤਰ੍ਹਾਂ ਰਿਵਿਊ ਕੀਤਾ ਜਾ ਸਕਦਾ ਹੈ। ਪਰ ਸਮੱਸਿਆ ਕਿ ਉਹ ਕੁਝ ਬਿਊਰੋਕਰੇਟ ਹੈ ਜਿਹੜੇ ਉਹਦੇ ਵਿੱਚ ਫੇਰ ਹੈ, ਜਿਹੜੇ ਅੜਿੱਕਾ ਬਣ ਜਾਂਦੇ ਨੇ, ਇੱਕ ਬੈਰੀਕੇਡ ਹੈ ਜਿਹੜੇ ਉਹ ਬਣੇ ਹੋਏ ਨੇ ਬਿਊਰੋਕਰੇਟ ਜੀ।
ਚਰਨਜੀਤ ਜੀ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਸਾਰੀ ਸਿਆਸੀ ਪਾਰਟੀਆਂ ਨੇ ਆਪਣੇ ਵਾਅਦਿਆਂ ਦੀ ਜਿਹੜੀ ਪਟਾਰੀਆਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕੋਈ ਪੰਜਾਬ ਵਾਸੀਆਂ ਨੂੰ 300 ਯੂਨਿਟ ਦੇਣ ਦੀ ਗੱਲ ਕਰ ਰਿਹਾ ਮੁਫਤ 'ਚ, ਕੋਈ 400 ਯੂਨਿਟ ਬਿਜਲੀ ਦੇਣ ਦੀ ਜਿਹੜੀ ਗੱਲ ਕਰ ਰਿਹਾ ਕਿ ਅਸੀਂ ਮੁਫਤ ਬਿਜਲੀ ਦੇਵਾਂਗੇ। ਉੱਥੇ ਹੀ ਨਵਜੋਤ ਸਿੱਧੂ ਪੰਜਾਬੀਆਂ ਨੂੰ 3 ਰੁਪਏ ਯੂਨਿਟ ਜਿਹੜੀ ਹੈਗੀ ਬਿਜਲੀ ਦੇਣ ਦਾ ਵਾਅਦਾ ਕਰ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਇਸ ਵਿੱਚ ਕੋਈ ਹਕੀਕਤ ਹੋ ਸਕਦੀ ਹੈ ਕਿ ਇਹ 3 ਰੁਪਏ ਯੂਨਿਟ ਬਿਜਲੀ ਦਿੱਤੀ ਜਾ ਸਕਦੀ ਹੈ ਕਿ ਇਹ ਵੀ ਇੱਕ ਸਿਆਸੀ ਵਾਅਦਾ ਬਣ ਕੇ ਰਹਿ ਜਾਏਗਾ? ਵੈਸੇ ਜਦੋਂ ਦਾ ਪੰਜਾਬ ਦੇ ਲੋਕਾਂ ਦਾ ਭਰੋਸਾ ਟੁੱਟਿਆ, ਕਿਉਂਕਿ ਚੋਣ ਵਾਅਦੇ ਤਾਂ ਹਰ ਚੋਣਾਂ ਦੇ ਵਿੱਚ ਹੁੰਦੇ ਆ, ਅਸੈਂਬਲੀ 'ਚ ਵੀ ਅਤੇ ਸੰਸਦੀ ਚੋਣਾਂ ਦੇ ਵਿੱਚ ਵੀ, ਅਤੇ ਲੋਕ ਉਹ 'ਤੇ ਭਰੋਸਾ ਵੀ ਕਰ ਲੈਂਦੇ ਸੀ। ਪਰ ਪਿਛਲੀ 2017 ਜਦੋਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਗਈ ਤਾਂ ਲੋਕਾਂ ਨੇ ਬਹੁਤ ਜ਼ਿਆਦਾ ਫੇਥ ਕੀਤਾ ਸੀ। ਹੁਣ ਜਦੋਂ ਦਾ ਉਹ ਭਰੋਸਾ ਟੁੱਟਿਆ, ਹੁਣ ਉਹ ਕ੍ਰੈਡੀਬਿਲਿਟੀ ਲੀਡਰਾਂ ਦੀ ਬਿਲਕੁਲ ਲੂਜ਼ ਹੋ ਗਈ ਹੈ। ਲੋਕਾਂ ਨੂੰ ਬਣ ਹੀ ਨਹੀਂ ਰਿਹਾ ਉਹ ਵਿਸ਼ਵਾਸ ਹੈ ਜਿਹੜਾ। ਚੰਗੀ ਗੱਲ ਹੈ ਜੇ ਨਵਜੋਤ ਸਿੱਧੂ ਕਾਂਗਰਸ ਦੇ ਨਵੇਂ ਪ੍ਰਧਾਨ ਨੇ, ਜੋ ਕਹਿੰਦੇ ਨੇ ਕਿ ਮੈਂ 2 ਰੁਪਏ ਬਿਜਲੀ ਪ੍ਰਤੀ ਯੂਨਿਟ ਖਰੀਦ ਕਰਾਂਗਾ ਅਤੇ 3 ਰੁਪਏ ਯੂਨਿਟ ਹੈ ਜਿਹੜੇ ਬਿਜਲੀ ਉਹ ਲੋਕਾਂ ਨੂੰ ਦੇਂਗਾ। ਅਤੇ ਜਿਵੇਂ ਕਹਿੰਦੇ ਆ ਕਿ ਹੋਰ ਕੀ ਭਾਲਦੇ ਆ ਲੋਕ ਪੰਜਾਬ ਦੇ, ਇਹ ਤਾਂ ਸਸਤੀ ਬਿਜਲੀ ਦਾ ਸਾਰਾ ਮਸਲਾ ਹੈਗਾ, ਤਾਂ ਹੀ ਬਿਜਲੀ ਸਮਝੌਤਿਆਂ ਦਾ ਰੌਲਾ ਪੈ ਰਿਹਾ। ਇਹ ਚੰਗੀ ਸ਼ੁਰੂਆਤ ਹੈ ਜੇ ਨਵਜੋਤ ਸਿੱਧੂ ਕਰਦੇ ਨੇ ਕਿ ਉਹ 3 ਰੁਪਏ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਿੰਦੇ ਨੇ। ਪਰ ਚਰਚਾ ਇਹ ਚੱਲ ਰਹੀ ਹੈ ਕਿ ਹੁਣ ਵੀ ਸਰਕਾਰ ਉਹਨਾਂ ਦੀ ਹੈਗੀ ਹੈ, ਕੈਪਟਨ ਸਰਕਾਰ ਉਹਨਾਂ ਦੀ ਆਪਣੀ ਹਕੂਮਤ ਹੈ, ਅਤੇ ਅਜੇ ਸਰਕਾਰ ਦੇ 7-8 ਮਹੀਨੇ ਪਏ ਨੇ। ਤਾਂ ਚੰਗੀ ਗੱਲ ਹੈ ਕਿ ਨਵਜੋਤ ਸਿੱਧੂ ਇਹ ਸਸਤੀ ਬਿਜਲੀ ਦੀ ਸ਼ੁਰੂਆਤ ਹੁਣ ਕਿਉਂ ਨਹੀਂ ਕਰ ਲੈਂਦੇ। ਉਹਦੇ ਨਾਲ ਕੀ ਹੋਏਗਾ ਕਿ ਲੋਕਾਂ ਦਾ ਇੱਕ ਫੇਥ ਬਣੇਗਾ, ਉਹਨਾਂ ਲੋਕਾਂ ਨੂੰ ਪੋਲੀਟੀਕਲ ਫਾਇਦਾ ਹੋਏਗਾ। ਨਵਜੋਤ ਸਿੱਧੂ ਜੋ ਕਹਿੰਦੇ ਨੇ, ਉਹ ਕਹਿੰਦੇ ਮੈਂ ਜੋ ਕਹਿਣਾ ਉਹ ਕਰਦਾ ਹੈਗਾ, ਤਾਂ ਉਹਨਾਂ ਨੂੰ ਇਹ ਗੱਲ ਸ਼ੁਰੂਆਤ ਕਰ ਲੈਣੀ ਚਾਹੀਦੀ। ਪੰਜਾਬ ਦੇ ਰਾਜਸੀ ਲੋਕ ਵੀ ਇਹ ਕਹਿ ਰਹੇ ਆ, ਜਿਹੜੇ ਸੁਚੇਤ ਲੋਕ ਹੈ ਉਹ ਵੀ ਇਹੀ ਸਮਝ ਰਹੇ ਨੇ ਕਿ ਨਵਜੋਤ ਸਿੱਧੂ ਹੈ ਜਿਹੜਾ ਸ਼ੁਰੂਆਤ ਕਰੇ, ਕਿਉਂਕਿ ਬਾਕੀ ਪਾਰਟੀਆਂ ਵੀ ਕਹਿ ਰਹੀਆਂ ਨੇ ਅਸੀਂ ਇਹ ਕਰਾਂਗੇ ਉਹ ਕਰਾਂਗੇ। ਤਾਂ ਪਹਿਲੀ ਗੱਲ ਤਾਂ ਲੋਕਾਂ ਦਾ ਭਰੋਸਾ ਜਿੱਤਣ ਲਈ ਸ਼ੁਰੂਆਤ ਹੋਣੀ ਹੁਣ ਕਰ ਲੇ। ਜੇ ਹੁਣ ਨਹੀਂ ਕਰਨੀ ਹੈਗੀ ਤਾਂ ਉਹ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸਾਨੂੰ ਉਹ ਵਿਜ਼ਨ ਸਪਸ਼ਟ ਕਰੇ ਕਿ 2 ਰੁਪਏ ਦੀ ਬਿਜਲੀ ਕਿੱਦਾਂ ਖਰੀਦ ਹੋਏਗੀ ਅਤੇ 3 ਰੁਪਏ ਕਿੱਦਾਂ ਦਿੱਤੀ ਜਾਏਗੀ, ਇਹਦੇ ਰਿਸੋਰਸਿਸ ਕੀ ਹੋਣਗੇ, ਰੈਵਨਿਊ ਕਿੱਥੋਂ ਆਏਗਾ, ਪੈਸਾ ਕਿੱਥੋਂ ਆਏਗਾ। ਜਿਵੇਂ ਅੱਜ ਉਹ ਪੰਜਾਬ 'ਚ ਘੁੰਮ ਰਹੇ ਨੇ ਅਤੇ ਅੱਜ ਉਹ ਕਹਿੰਦੇ ਨੇ ਕਿ ਰੈਵਨਿਊ ਦਾ ਪ੍ਰਬੰਧ ਮੈਂ ਕਰਾਂਗਾ। ਉਹ ਕਹਿੰਦੇ ਕਿ ਜਿੰਨੇ ਮਾਫੀਏ ਲੁੱਟ ਰਹੇ ਨੇ ਪੰਜਾਬ ਨੂੰ, ਜਿੰਨਾ ਪੈਸਾ ਮਾਫੀਏ ਕੋਲ ਜਾ ਰਿਹਾ, ਮੈਂ ਉਹ ਜਿਹੜੇ ਖਿੜਕੀਆਂ ਉਹ ਬੰਦ ਕਰਾਂਗਾ, ਉਹ ਦਰਵਾਜ਼ੇ ਬੰਦ ਕਰਾਂਗਾ, ਉਹ ਪੈਸਾ ਜਿਹੜਾ ਸਟੇਟ ਦੇ ਖਜ਼ਾਨੇ 'ਚ ਆਏਗਾ, ਉਸ ਪੈਸੇ ਨਾਲ ਹੀ ਮੈਂ ਜਿਹੜੀ ਸਸਤੀ ਬਿਜਲੀ ਅੱਗੇ ਦੇਵਾਂਗਾ 3 ਰੁਪਏ ਯੂਨਿਟ। ਉਹ ਤਾਂ ਇਹ ਕਹਿ ਰਹੇ ਨੇ, ਪਰ ਹੁਣ ਜਿਸ ਤਰ੍ਹਾਂ ਦਾ ਤਾਣਾ ਬਾਣਾ ਬਣਿਆ ਹੋਇਆ, ਇਹ ਬਿਜਲੀ ਸਮਝੌਤੇ ਹੋਏ ਵੇ ਨੇ ਪੁਰਾਣੇ, ਤਾਂ ਸਾਨੂੰ ਜਿਹੜੀ ਆਤਿਸ਼ 4.5 ਤੋਂ ਪੌਣੇ 5 ਰੁਪਏ ਇਹਦੀ ਕੋਸਟ ਪੈਂਦੀ ਹੈ ਬਿਜਲੀ ਦੀ। ਠੀਕ ਹੈ, ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਵਿੱਚ ਪਾਵਰਕੌਮ ਦੇ ਮੁਲਾਜ਼ਮਾਂ ਦੇ ਉਹਨਾਂ ਦੀਆਂ ਪੈਨਸ਼ਨਾਂ ਦਾ 1 ਰੁਪਇਆ ਐਡ ਕਰ ਲੈਂਦੇ ਹਾਂ, ਪਾਵਰਕੌਮ ਦੇ ਜਿਹੜੇ ਅਦਰ ਖਰਚੇ 1 ਰੁਪਇਆ ਉਹਨਾਂ ਦਾ ਪੈਂਦਾ ਹੈ। ਮੋਟੇ ਤੌਰ 'ਤੇ 2 ਰੁਪਏ ਤਾਂ ਇਕੱਲੇ ਪਾਵਰਕੌਮ ਦੇ ਪ੍ਰਤੀ ਯੂਨਿਟ ਖਰਚੇ ਪੈ ਜਾਂਦੇ ਨੇ, ਅਤੇ ਪੌਣੇ 5 ਰੁਪਏ ਅਸੀਂ ਉਹਨੂੰ ਪਰਚੇਜ਼ ਕਰਦੇ ਹਾਂ। ਇਸ ਤੋਂ ਇਲਾਵਾ ਇਲੈਕਟ੍ਰੀਸਿਟੀ ਡਿਊਟੀ ਪੈ ਜਾਂਦੀ ਹੈ 20%, ਤਕਰੀਬਨ 1 ਰੁਪਇਆ 30 ਪੈਸੇ ਦੇ ਆਸ-ਪਾਸ ਬਣ ਜਾਂਦੀ ਹੈ। ਤਾਂ ਜਿਹੜੀ ਖਪਤਕਾਰ ਨੂੰ ਪੈਂਦੀ ਹੈ ਬਿਜਲੀ, ਉਹ ਪੌਣੇ 8 ਰੁਪਏ ਦੇ ਕਰੀਬ ਹੈ ਇਹ ਬਿਜਲੀ ਜਿਹੜੀ ਕੋਸਟ ਕਰਦੀ ਹੈਗੀ ਹੈ। ਅਤੇ ਪੌਣੇ 8 ਰੁਪਏ ਵਾਲੀ ਬਿਜਲੀ ਤੁਸੀਂ ਦੇਣੀ 3 ਰੁਪਏ ਹੈ। ਇਹ ਜਿਹੜਾ ਇੰਨਾ ਗੈਪ ਹੈ ਉਹ ਨਵਜੋਤ ਸਿੱਧੂ ਕਿਵੇਂ ਕੱਢਣਗੇ? ਇਸ ਤਾਂ ਚੰਗੀ ਗੱਲ ਹੈ, ਅਸੀਂ ਤਾਂ ਇਸ ਗੱਲ ਦੇ ਹੱਕ 'ਚ ਹਾਂ ਕਿ ਲੋਕਾਂ ਨੂੰ ਜਿਹੜੀ ਸਸਤੀ ਬਿਜਲੀ ਮਿਲਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਇੰਨੀ ਪੁਰਾਣੀ ਡਿਮਾਂਡ ਹੈ, ਗਰੀਬ ਲੋਕ ਆ ਜਿਹੜੇ ਬਿਜਲੀ ਦਾ ਬਿੱਲ ਹੀ ਨਹੀਂ ਤਾਰ ਸਕਦੇ, ਉਹ ਡਿਫਾਲਟਰ ਹੋ ਜਾਂਦੇ ਨੇ। ਪਰ ਉਹਨਾਂ ਨੂੰ ਥੋੜ੍ਹਾ ਦੱਸਣਾ ਚਾਹੀਦਾ। ਜੇ ਮੋਟਾ ਅੰਦਾਜ਼ਾ ਦੇਖੀ, ਜੇ 3 ਰੁਪਏ ਵੀ ਦੇਣੀ ਹੋਵੇ ਇਹੀ ਬਿਜਲੀ, ਤਾਂ ਘੱਟੋ ਘੱਟ 22-23 ਹਜ਼ਾਰ ਕਰੋੜ ਰੁਪਇਆ ਸਬਸਿਡੀ ਦਾ ਦੇਣਾ ਪਏਗਾ ਪੰਜਾਬ ਸਰਕਾਰ ਨੂੰ, ਪਾਵਰਕੌਮ ਨੂੰ। ਸਬਸਿਡੀ ਤਾਂ ਪੁਰਾਣੀ ਨਹੀਂ ਤਾਰੀ ਜਾਂਦੀ, 10,000 ਕਰੋੜ ਰੁਪਏ ਮੌਜੂਦਾ ਦੇ ਰਹੇ ਹਾਂ, ਉਹਦੀ ਵੀ ਕਾਫੀ ਸਬਸਿਡੀ 5-6 ਕਰੋੜ ਰੁਪਈਆ, 6,000 ਕਰੋੜ ਰੁਪਈਆ ਜਿਹੜੀ ਹਜੇ ਪੰਜਾਬ ਸਰਕਾਰ ਨੇ ਦਿੱਤੀ ਨਹੀਂ। ਤਾਂ ਲੋਕਾਂ ਨੂੰ ਜਿਹੜੇ ਸਾਡੇ ਪੋਲੀਟੀਕਲ ਪਾਰਟੀਆਂ ਨੇ, ਇਹ ਆਗੂ ਸਿਆਸਤਦਾਨ ਨੇ ਸਾਡੇ, ਇਹਨਾਂ ਨੂੰ ਥੋੜ੍ਹਾ ਥੋੜ੍ਹਾ ਭਰੋਸਾ ਵੀ ਜਿੱਤਣਾ ਚਾਹੀਦਾ ਲੋਕਾਂ ਦਾ। ਇਹ ਨਹੀਂ ਕਿ ਜੋ ਮੂੰਹ 'ਚ ਆਏ, ਜਿਵੇਂ ਕੇਜਰੀਵਾਲ ਆਏ, ਉਹ ਕਹਿੰਦੇ ਜੀ ਅਸੀਂ 300 ਯੂਨਿਟ ਦੇਵਾਂਗੇ ਫ੍ਰੀ ਤੁਹਾਨੂੰ। ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਨੇ 400 ਯੂਨਿਟ ਕਹਿ ਦਿੱਤਾ। ਉਹਨਾਂ ਦੇ 400 ਯੂਨਿਟ ਕਹਿਣ ਤੋਂ ਬਾਅਦ ਜਿਹੜੇ ਨਵਜੋਤ ਸਿੱਧੂ ਇਹ ਤੌਰ 'ਚ ਆ ਗਏ ਨੇ, ਇਹ ਕਹਿੰਦੇ ਅਸੀਂ 3 ਰੁਪਏ ਯੂਨਿਟ ਦੇਵਾਂਗੇ। ਸੋ ਅੱਗੇ ਆਤਿਸ਼ ਚੋਣਾਂ ਹੈਗੀਆਂ ਨੇ ਅਸੈਂਬਲੀ ਦੀਆਂ, ਅਤੇ ਸਾਰੇ ਲੀਡਰਾਂ ਨੇ ਜਿਹੜੀਆਂ ਆਪਣੇ ਜਿਹੜੇ ਸਿਆਸੀ ਬਾਜ਼ਾਰ ਹੈ, ਥੋਕ ਬਾਜ਼ਾਰ ਹੈ, ਉਹ ਸਜਾਏ ਨੇ। ਔਰ ਸਾਰੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਮਝਦੇ ਨੇ ਕਿ ਪੰਜਾਬ ਦੇ ਲੋਕ ਮੂਰਖ ਨੇ ਅਤੇ ਸਾਡੇ ਝਾਂਸਿਆਂ 'ਚ ਫਸ ਜਾਣਗੇ। ਜਿਸ ਤਰ੍ਹਾਂ ਸ਼ੁਰੂਆਤੀ ਆਪਾਂ ਗੱਲ ਕੀਤੀ ਹੈ, ਪੰਜਾਬ ਦੇ ਲੋਕ ਝਟਕੇ ਝੱਲਣ ਵੀ ਜਾਣਦੇ ਨੇ। ਇਹ ਪੰਜਾਬੀ ਨੇ ਜਿਹੜੇ ਝਟਕੇ ਝੱਲ ਲੈਂਦੇ ਨੇ, ਔਰ ਜੇ ਆਪਣੀ ਆਈ 'ਤੇ ਆ ਜਾਣ, ਇਹ ਝਟਕਾ ਦੇ ਵੀ ਦਿੰਦੇ ਨੇ।
ਚਾਹੇ ਆਪਾਂ 2017 ਦੀਆਂ ਚੋਣਾਂ 'ਤੇ ਨਜ਼ਰ ਮਾਰ ਲਈਏ। ਬਿਲਕੁਲ। ਸੋ ਸਾਡੇ ਲੀਡਰਾਂ ਨੂੰ, ਪੰਜਾਬੀਆਂ ਨੂੰ ਇੰਨੇ ਸਸਤੇ 'ਚ ਨਹੀਂ ਲੈਣਾ ਚਾਹੀਦਾ ਕਿ ਅਸੀਂ ਐਲਾਨ ਕਰ ਦਿਓ 200 ਯੂਨਿਟ, ਕੋਈ 300 ਯੂਨਿਟ, 400 ਯੂਨਿਟ, ਕਿ ਇਹ ਐਲਾਨ ਕਰਕੇ ਹੀ ਅਸੀਂ ਅੱਗੇ ਜਾਵਾਂਗੇ। ਲੋੜ ਇਸ ਗੱਲ ਦੀ ਹੈ ਕਿ ਪੰਜਾਬੀਆਂ ਨੂੰ ਜਿਸ ਤਰ੍ਹਾਂ ਕੇਂਦਰੀ ਟ੍ਰਿਬਿਊਨਲ ਨੇ ਝਟਕਾ ਲਾਇਆ, ਇਸ ਤਰ੍ਹਾਂ ਦੇ ਭਵਿੱਖ ਵਿੱਚ ਹੋਰ ਝਟਕੇ ਨਾ ਲੱਗਣ। ਉਹਨਾਂ ਚੋਰ ਮੋਰੀਆਂ ਨੂੰ ਬੰਦ ਕਰਨ ਦੀ ਲੋੜ ਹੈ ਔਰ ਬਿਜਲੀ ਸਮਝੌਤਾ ਨੂੰ ਰੱਦ ਕਰਨ ਦੀ ਲੋੜ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਦੱਸਿਆ ਵੀ ਕਿ ਕਿਵੇਂ ਪੰਜਾਬੀਆਂ ਨੂੰ ਲਗਾਤਾਰ ਝਟਕੇ ਤੇ ਝਟਕੇ ਮਿਲ ਰਹੇ ਨੇ ਤੇ ਹਾਲ ਹੀ ਵਿੱਚ ਜਿਹੜਾ ਹੈਗਾ ਪੰਜਾਬੀਆਂ ਨੂੰ 550 ਕਰੋੜ ਦਾ ਇੱਕ ਨਵਾਂ ਝਟਕਾ ਲੱਗਿਆ ਤੇ ਸਰਕਾਰ ਨੂੰ ਇਸ ਵੱਲ ਧਿਆਨ ਕਰਨ ਦੀ ਲੋੜ ਹੈ ਤਾਂ ਜੋ ਇਸ ਤਰ੍ਹਾਂ ਦਾ ਪੰਜਾਬੀਆਂ ਤੇ ਪੰਜਾਬ ਵਾਸੀਆਂ ਤੇ ਨਵਾਂ ਬੋਝ ਨਾ ਪੈ ਸਕੇ ਤੇ ਜਿਹੜੀ ਮਹਿੰਗੀ ਬਿਜਲੀ ਮਿਲ ਰਹੀ ਹੈ ਉਸ ਨੂੰ ਜਿਹੜਾ ਹੈਗਾ ਉਹਦੀ ਦਰਾਂ ਨੂੰ ਘਟਾਉਣ ਲਈ ਬਿਜਲੀ ਸਮਝੌਤੇ ਰੱਦ ਕਰਨ ਦੀ ਲੋੜ ਹੈ। ਸਰਕਾਰ ਨੂੰ ਉਸ 'ਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਹੁਣ ਦੇਖਣਾ ਹੀ ਹੋਵੇਗਾ ਸਰਕਾਰ ਕੀ ਕਰਦੀ ਹੈ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।